ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖੋਜ ਗੁਰਬਾਣੀ ਵਿੱਚ ਆਪ ਸਭ ਦਾ ਸਵਾਗਤ ਹੈ ਜੀ। ਸਭ ਨੂੰ ਜੀ ਆਇਆਂ ਜੀ। ਆਓ ਅਸੀਂ ਸਾਰੇ ਮਿਲ ਕੇ ਪਹਿਲਾਂ ਸ਼ਬਦ ਦਾ ਉਚਾਰਨ ਅਤੇ ਉਸ ਤੋਂ ਉਪਰੰਤ ਉਸਦੇ ਅਰਥ ਕਰਾਂਗੇ। ਅਸਾੜਤ ਪੰਦਾ ਤਿਸ ਲਗੇ, ਹਰ ਨਾਏ ਨ ਜਿੰਨਾ ਪਾਸ। ਜਗ ਜੀਵਨ ਪੁਰਖ ਤਿਆਗ ਕੇ, ਮਾਨਸ ਸੰਧੀ ਆਸ। ਦੋਏ ਪਾਏ ਵੇ ਗੁਚੀਏ, ਗਲ ਪਾਈ ਅਸ ਜਮ ਕੀ ਫਾਸ। ਜੇਹਾ ਬੀਜੇ ਸੋ ਲੂਣੇ, ਮੱਥੇ ਜੋ ਲਿਖਿਆਸ। ਰਹਿਣ ਵਿਹਾਣੀ ਪਛੋਤਾਣੀ, ਉੱਠ ਚੱਲੀ ਗਈ ਨਿਰਾਸ। ਜਿਨ ਕੋ ਸਾਧੂ ਭੇਟੀਏ, ਸੋ ਦਰਗੇ ਹੋਏ ਖਲਾਸ। ਕਰ ਕਿਰਪਾ ਪ੍ਰਭ ਆਪਣੀ, ਤੇਰੇ ਦਰਸ਼ਨ ਹੋਏ ਪਿਆਸ। ਪ੍ਰਭ ਤੁਧ ਬਿਨ ਦੂਜਾ ਕੋ ਨਹੀਂ, ਨਾਨਕ ਕੀ ਅਰਦਾਸ। ਅਸਾੜ ਸਹੰਦਾ ਤਿਸ ਲਗੇ, ਜਿਸ ਮਨ ਹਰ ਚਰਨ ਨਿਵਾਸ। ਪ੍ਰਭ ਤੁਝ ਬਿਨ ਦੂਜਾ ਕੋ ਨਹੀਂ, ਨਾਨਕ ਕੀ ਅਰਦਾਸ। ਅਸਾੜ ਸਹੰਦਾ ਤਿਸ ਲਗੇ, ਜਿਸ ਮਨ ਹਰ ਚਰਨ ਨਿਵਾਸ। ਇਸ ਹਾੜ ਦੇ ਮਹੀਨੇ ਦੇ ਸ਼ਬਦ ਵਿੱਚ ਗੁਰੂ ਜੀ ਸਾਨੂੰ ਕਹਿੰਦੇ ਹਨ ਕਿ ਹਾੜ ਦਾ ਮਹੀਨਾ ਉਸ ਭਾਵ ਉਹਨਾਂ ਜੀਵ ਰੂਪ ਇਸਤਰੀਆਂ ਨੂੰ ਤਪਦਾ ਹੋਇਆ ਲੱਗਦਾ ਹੈ ਜਿਨ੍ਹਾਂ ਕੋਲ ਪ੍ਰਭ ਰੂਪ ਪਤੀ ਨਹੀਂ ਟਿਕਿਆ ਹੁੰਦਾ ਅਤੇ ਉਹ ਜਗਜੀਵਨ ਪ੍ਰਭ ਪੁਰਖ ਨੂੰ ਛੱਡ ਕੇ ਮਨੁੱਖ ਦੀ ਆਸ ਰੱਖਦੀਆਂ ਹਨ। ਹੇ ਭਾਈ, ਪ੍ਰਭ ਤੋਂ ਬਿਨਾਂ ਦੂਜੇ ਪਿਆਰ ਵਿੱਚ ਲੱਗ ਕੇ ਹਮੇਸ਼ਾ ਖੁਆਰ ਹੋਈਦਾ ਹੈ ਅਤੇ ਮਰਨ ਉਪਰੰਤ ਗਲ ਵਿੱਚ ਜੰਮਾਂ ਦੀ ਫਾਹੀ ਪੈਂਦੀ ਹੈ। ਇਹ ਇੱਕ ਅਟੱਲ ਸੱਚਾਈ ਹੈ ਕਿ ਜਿਹੋ ਜਿਹਾ ਕੋਈ ਬੀਜਦਾ ਹੈ ਉਹੀ ਕੱਟਦਾ ਹੈ, ਭਾਵ ਉਸ ਤਰ੍ਹਾਂ ਦਾ ਹੀ ਫਲ ਪ੍ਰਾਪਤ ਕਰਦਾ ਹੈ। ਸੋ ਕਰਮਾਂ ਅਨੁਸਾਰ ਦੁੱਖ ਸੁੱਖ ਦਾ ਫਲ ਭੋਗਣਾ ਹੀ ਪੈਂਦਾ ਹੈ, ਜਿਹੜਾ ਕਿ ਧੁਰੋਂ ਹੀ ਉਸਦੇ ਮੱਥੇ 'ਤੇ ਲਿਖਿਆ ਹੁੰਦਾ ਹੈ। ਜਦੋਂ ਨਾਮ ਸਿਮਰਨ ਤੋਂ ਬਿਨਾਂ ਜੀਵ ਰੂਪ ਇਸਤਰੀ ਦੀ ਉਮਰ ਰੂਪੀ ਰਾਤ ਲੰਘ ਗਈ ਹੋਵੇ ਤਾਂ ਪਿੱਛੋਂ ਪਛਤਾਈ ਫਿਰ ਕੀ ਬਣਨਾ ਸੀ। ਉਹ ਨਿਰਾਸ਼ ਹੋਈ ਦੁਨੀਆ ਤੋਂ ਉੱਠ ਕੇ ਪਰਲੋਕ ਚਲੀ ਗਈ, ਭਾਵ ਮਰ ਗਈ। ਹਾਂ, ਜਿਨ੍ਹਾਂ ਮਨੁੱਖਾਂ ਨੂੰ ਸਾਧੂ ਸਾਈਂ ਨਾਲ ਜੋੜਨ ਵਾਲਾ ਗੁਰਸ਼ਬਦ ਗੁਰਬਾਣੀ ਦਾ ਰਸਤਾ ਮਿਲ ਪੈਂਦਾ ਹੈ, ਉਹ ਰੱਬੀ ਦਰਗਾਹ ਵਿੱਚ ਲੇਖੇ ਤੋਂ ਮੁਕਤ ਹੋ ਜਾਂਦੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਹੇ ਪ੍ਰਭ, ਤੇਰੇ ਤੋਂ ਬਿਨਾਂ ਦੂਜਾ ਕੋਈ ਨਹੀਂ, ਮੇਰੀ ਅਰਜ਼ੋਈ ਸੁਣਨ ਵਾਲਾ ਕੋਈ ਨਹੀਂ। ਇਸ ਕਰਕੇ ਨਾਨਕ ਤੇਰੇ ਅੱਗੇ ਅਰਦਾਸ ਹੈ, ਹੇ ਪਰਮੇਸ਼ਰ, ਤੂੰ ਆਪਣੀ ਕਿਰਪਾ ਕਰ ਕਿ ਮੈਨੂੰ ਕੇਵਲ ਤੇਰੇ ਦਰਸ਼ਨ ਦੀ ਹੀ ਪਿਆਸ ਹੋਵੇ। ਉਸ ਜੀਵ ਰੂਪ ਇਸਤਰੀ ਨੂੰ ਹੀ ਹਾੜ ਦਾ ਮਹੀਨਾ ਸੁਹਾਵਣਾ ਸੋਭਨੀਕ ਲੱਗਦਾ ਹੈ, ਜਿਸ ਦੇ ਮਨ ਵਿੱਚ ਹਰੀ ਚਰਨਾਂ ਭਾਵ ਹਰੀ ਦਾ ਨਾਮ ਦਾ ਵਾਸਾ ਹੁੰਦਾ ਹੈ, ਭਾਵ ਜਿਸ ਗੁਰਮੁਖ ਨੇ ਗੁਰਸ਼ਬਦ ਗੁਰਬਾਣੀ ਦਾ ਰਸਤਾ ਅਪਣਾ ਕੇ ਆਪਣੇ ਆਪ ਨੂੰ ਸੀਤਲ ਕਰ ਲਿਆ ਹੈ ਜੀ ਅਤੇ ਆਪਣੇ ਦਵੈਤ ਭਾਵ ਖਤਮ ਕਰ ਲਏ ਹਨ ਜੀ। ਇਸ ਸ਼ਬਦ ਦਾ ਸਾਰ ਅਸੀਂ ਇਸ ਤਰ੍ਹਾਂ ਕਰਦੇ ਹਾਂ। ਸਾੜ ਮਹੀਨੇ ਦੇ ਗਰਮੀ ਦੇ ਪੱਖੋਂ ਹਾੜ ਦਾ ਮਹੀਨਾ ਬਹੁਤ ਤਪਸ਼ ਵਾਲਾ ਗਿਣਿਆ ਜਾਂਦਾ ਹੈ, ਕਿਉਂਕਿ ਇਸ ਮਹੀਨੇ ਵਿੱਚ ਤੇਜ਼ ਗਰਮ ਲੂਆਂ ਝੱਖੜਾਂ ਅਤੇ ਹਨੇਰੀਆਂ ਦਾ ਜ਼ੋਰ ਰਹਿੰਦਾ ਹੈ। ਇੱਕ ਪਾਸੇ ਧਰਤੀ ਅੱਗ ਵਾਂਗੂ ਭਖਦੀ ਹੈ, ਦੂਜੇ ਪਾਸੇ ਹੁਨਾਲੇ ਦਾ ਹੁੱਸੜ ਅਤੇ ਪਸੀਨਾ ਮਨੁੱਖ ਦੀ ਮੱਤ ਮਾਰ ਦਿੰਦਾ ਹੈ।
ਫਿਰ ਪਾਣੀ ਦੀ ਪਿਆਸ ਨਾਲ ਜੀਵ ਜੰਤੂ ਘਬਰਾਏ ਰਹਿੰਦੇ ਹਨ। ਚੈਨ ਨਹੀਂ ਮਿਲਦਾ ਤੇ ਨਾ ਚੈਨ ਨਾਲ ਬੈਠ ਸਕਦੇ ਹਨ। ਗਰਮੀ, ਗੁਰਬਾਣੀ ਵਿੱਚ ਗਰਮੀ 2 ਪ੍ਰਕਾਰ ਦੀ ਹੈ, ਇੱਕ ਬਾਹਰ ਦੀ, ਦੂਜੀ ਅੰਦਰ ਦੀ। ਬਾਹਰਲੀ ਗਰਮੀ ਨੂੰ ਦੂਰ ਕਰਨ ਦੇ ਲਈ ਸਾਧਨ ਉਪਲਬਧ ਹਨ, ਜਿਵੇਂ ਕਿ ਪੱਖੇ, ਬਰਫ਼, ਕੂਲਰ ਜਾਂ ਪਹਾੜੀ ਸਥਾਨਾਂ ਦੀ ਰਿਹਾਇਸ਼। ਪਰ ਹਿਰਦੇ ਦੀ ਤਪਸ਼ ਨੂੰ ਮੇਟਣ ਲਈ ਇਹ ਸਾਧਨ ਸਮਰੱਥਾ ਨਹੀਂ ਰੱਖਦੇ। ਸ੍ਰੀ ਗੁਰੂ ਅਰਜਨ ਦੇਵ ਜੀ ਦੇ ਪਵਿੱਤਰ ਵਾਕ ਹਨ, ਕਲ ਤਾਤੀ ਠਾਡਾ ਹਰਨਾ। ਕਲਯੁਗੀ ਜੀਵਾਂ ਦਾ ਸੁਭਾਅ ਵੀ ਤੱਤਾ ਹੈ, ਕਿਉਂਕਿ ਇਹ ਜਿਸ ਰੱਬ ਦੀ ਰੱਥ ਦੀ ਸਵਾਰੀ ਕਰਦੇ ਹਨ ਉਹੀ ਅਗਨੀ ਹੈ ਜੀ। ਜਿਵੇਂ ਸੂਰਜ ਦੀ ਗਰਮੀ ਨਾਲ ਸਾਰੀਆਂ ਚੀਜ਼ਾਂ ਤੱਤੀਆਂ ਹੋ ਜਾਂਦੀਆਂ ਹਨ, ਤਿਵੇਂ ਦਵੈਤ ਭਾਵ, ਕਾਮ, ਕ੍ਰੋਧ ਦੀ ਅਗਨੀ ਵੀ ਮਨੁੱਖ ਦੇ ਹਿਰਦੇ ਅੰਦਰ ਆਪਣਾ ਮਾਇਆਵੀ ਪ੍ਰਭਾਵ ਪਾ ਕੇ ਉਸ ਨੂੰ ਖਿੱਚ ਪਾਉਂਦੀ ਹੈ ਅਤੇ ਆਪਣਾ ਭਾਂਬੜ ਬਾਲੀ ਰੱਖਦੀ ਹੈ ਜੀ। ਜਿਸ ਗੁਰਮੁਖ ਪਿਆਰੇ ਨੇ ਗੁਰਸ਼ਬਦ ਗੁਰਬਾਣੀ ਦੀ ਓਟ ਲੈ ਕੇ ਉਸ ਪਰਮੇਸ਼ਰ ਦੀ ਸਿਫਤ ਸਲਾਹ ਨੂੰ ਹੀ ਆਪਣਾ ਕਰਮ, ਧਰਮ, ਪੱਥ ਅਤੇ ਪੂਜਾ ਸਭ ਕੁਝ ਸਮਝਿਆ ਹੈ, ਉਸਨੇ ਕਾਮ, ਕ੍ਰੋਧ ਨੂੰ ਗਿਆਨ ਵਿੱਚ ਭੁੰਨ ਸਾੜ ਦਿੱਤਾ ਹੈ। ਭਾਵ ਗੁਰੂ ਦੀ ਸਿੱਖ ਤੇ ਚੱਲ ਕੇ, ਗੁਰੂ ਸ਼ਬਦ ਨੂੰ ਅਪਣਾ ਕੇ ਉਸਨੇ ਆਪਣੇ ਦਵੈਤ ਭਾਵ ਖਤਮ ਕਰ ਲਏ ਹਨ ਜੀ। ਜਦੋਂ ਤੱਕ ਜੀਵ ਦੀ ਬਿਰਤੀ ਵਿੱਚ ਸਤੋ ਗੁਣ ਪ੍ਰਵੇਸ਼ ਨਹੀਂ ਕਰਦੇ, ਭਾਵ ਗੁਰਸ਼ਬਦ ਗੁਰਬਾਣੀ ਦੀ ਸੇਧ ਤੇ ਨਹੀਂ ਚੱਲਦਾ, ਦਵੈਤ ਭਾਵਾਂ ਵਿੱਚ ਹੀ ਫਸਿਆ ਰਹਿੰਦਾ ਹੈ, ਤਦ ਤੱਕ ਇਸ ਨੂੰ ਸੰਤੋਖ ਤੇ ਸ਼ਾਂਤੀ ਪ੍ਰਾਪਤ ਨਹੀਂ ਹੋ ਸਕਦੀ। ਇਹ ਦੁਨੀਆ ਅੱਗ ਹੈ ਜੀ। ਠੰਡਾ ਕਰਨ ਵਾਲਾ ਕੇਵਲ ਪਰਮਾਤਮਾ ਦਾ ਨਾਮ ਹੀ ਹੈ। ਨਾਮ ਤੋਂ ਬਿਨਾਂ ਇਸ ਦਾ ਮਨੁੱਖੀ ਮਨ ਚੰਚਲ ਬਾਲਕ ਵਾਂਗ ਅੱਗ ਤੇ ਸੱਪ ਨਾਲ ਖੇਡਦਾ ਹੈ। ਅੱਗ ਦਾ ਕੰਮ ਸਾੜਨਾ ਤੇ ਜ਼ਹਿਰ ਦਾ ਕੰਮ ਹੈ ਮਾਰਨਾ। ਹਾੜ ਦਾ ਮਹੀਨਾ ਉਹਨਾਂ ਵਾਸਤੇ ਤਪਸ਼ ਵਾਲਾ ਹੈ। ਉਹ ਜਗਜੀਵਨ ਪੁਰਖ ਦੀ ਟੇਕ ਛੱਡ ਕੇ ਮਨੁੱਖ ਦੀ ਆਸ ਤੇ ਰਹਿੰਦੀਆਂ ਹਨ। ਜੇ ਗਿਆਨ ਰੂਪੀ ਅੱਖਾਂ ਨਾਲ ਵੇਖੀਏ ਤਾਂ ਪਰਮਾਤਮਾ ਨੂੰ ਛੱਡ ਕੇ ਦਾਸੀ ਦੀ ਸੇਵਾ ਕਰਨੀ ਦੂਈ ਦੀ ਦੀਵਾਰ ਖੜੀ ਕਰਨੀ ਹੈ। ਦਵੈਤ ਭਾਵਨਾ ਕਰਕੇ ਹੀ ਮਨੁੱਖ ਨੂੰ ਖਰਾਬ ਹੋਣਾ ਪੈਂਦਾ ਹੈ ਅਤੇ ਸਿੱਟਾ ਇਹ ਨਿਕਲਦਾ ਹੈ ਕਿ ਅੰਤ ਜੀਵ ਦੇ ਗਲ ਵਿੱਚ ਜਮ ਦੀ ਫਾਹੀ ਪੈਂਦੀ ਹੈ ਜੀ। ਮੰਦੇ ਕਰਮਾਂ ਦਾ ਦੁੱਖ ਭੋਗਣਾ ਹੀ ਪੈਂਦਾ ਹੈ, ਕਿਉਂਕਿ ਜਿਸ ਤਰ੍ਹਾਂ ਇਸ ਸ਼ਬਦ ਦੀ ਇਸ ਪੰਕਤੀ ਵਿੱਚ ਕਹਿੰਦੇ ਹਨ, ਗੁਰੂ ਜੀ ਕਹਿੰਦੇ ਹਨ, ਜਿਹਾ ਬੀਜੇ ਸੋ ਲੂਣੇ, ਮੱਥੇ ਜੋ ਲਿਖਿਆਸ ਦਾ ਅਟਲ ਨੇਮ। ਫਿਰ ਕਿਸੇ ਦਾ ਲਿਹਾਜ਼ ਨਹੀਂ ਕਰਦਾ। ਮਨੁੱਖੀ ਸਰੀਰ ਇੱਕ ਤਰ੍ਹਾਂ ਕਰਮਾਂ ਦੀ ਭੂਮੀ ਹੈ, ਜਿਸ ਵਿੱਚ ਜਿਹੋ ਜਿਹਾ ਕੋਈ ਬੀਜਦਾ ਹੈ ਉਹੋ ਜਿਹਾ ਹੀ ਫਲ ਪ੍ਰਾਪਤ ਕਰ ਲੈਂਦਾ ਹੈ ਜੀ। ਜੇ ਸਭੇ ਰੁੱਤੀ ਚੰਗੀਆਂ ਜਿਤ ਸੱਚੇ ਸਿਉ ਨਾਮ ਵਾਲਾ ਉਪਦੇਸ਼
ਚੇਤੇ ਹੋਵੇ ਤਾਂ ਗਰਮੀ, ਸਰਦੀ ਜਾਂ ਖੁੱਲ੍ਹੀ ਬਹਾਰ ਰੁੱਤ ਆਦਿ ਕਿਸੇ ਰੁੱਤ ਨੂੰ ਉਡੀਕਣ ਦੀ ਲੋੜ ਨਹੀਂ ਪੈਂਦੀ ਜੀ। ਪਰ ਜਿਹੜਾ ਮਨੁੱਖ ਕੰਡੇ ਬੀਜ ਕੇ ਫੁੱਲਾਂ ਦੀ ਆਸ ਰੱਖੇ, ਬਿੱਖ ਬੀਜ ਕੇ ਅੰਮ੍ਰਿਤ ਮੰਗੇ, ਕਿੱਕਰ ਬੀਜ ਕੇ ਬਿਜੋਰੀ ਦਾਖ ਲੋੜਦਾ ਹੋਵੇ, ਭਾਵ ਵਿਕਾਰਾਂ ਦੀ ਜ਼ਿੰਦਗੀ ਬਤੀਤ ਕਰੇ ਅਤੇ ਮਾਇਆਵੀ ਪ੍ਰਭਾਵ ਵਿੱਚ ਫਸਿਆ ਰਵੇ, ਉਸ ਦਾ ਮਨੋਰਥ ਪੂਰਾ ਹੋਣਾ ਸੰਭਵ ਨਹੀਂ। ਇਹੋ ਕਾਰਨ ਹੈ ਕਿ ਉਮਰ ਰੂਪੀ ਰਾਤ ਜਦੋਂ ਅਜਾਈ ਗੁਜ਼ਰ ਗਈ ਤਾਂ ਜੀਵ ਰੂਪ ਇਸਤਰੀ ਪਛਤਾਪ ਕਰਨ ਲੱਗੀ, ਪਰ ਹੁਣ ਕੀ ਬਣੇ। ਅੰਤ ਵਿੱਚ ਗੁਰੂ ਮਹਾਰਾਜ ਨੇ ਪਰਮੇਸ਼ਰ ਅੱਗੇ ਬੇਨਤੀ ਕੀਤੀ ਹੈ ਕਿ ਹੇ ਪ੍ਰਭ ਆਪਣੀ ਕਿਰਪਾ ਕਰੋ ਕਿ ਸਾਡੇ ਹਿਰਦੇ ਵਿੱਚ ਗੁਰਸ਼ਬਦ ਗੁਰਬਾਣੀ ਦੀ ਸਿੱਖ ਲੈ ਕੇ ਚੱਲਣ ਦੀ ਸਮਰੱਥਾ ਹੋਵੇ ਅਤੇ ਤੇਰੇ ਦਰਸ਼ਨ ਦੀ ਪਿਆਸ ਲੱਗੀ ਰਹੇ। ਅੱਜ ਦਾ ਵਿਚਾਰ ਕਰਦਿਆਂ ਮੇਰੇ ਕੋਲੋਂ ਅਨੇਕਾਂ ਭੁੱਲਾਂ ਹੋਈਆਂ ਹੋਣਗੀਆਂ, ਉਸ ਵਾਸਤੇ ਮੈਂ ਖਿਮਾ ਦੀ ਜਾਚਕ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।